Welcome to my channel Biohealth Academy students. Myself Kiran Bala Sharma. ਅੱਜ ਅਸੀਂ ਕਲਾਸ 12th ਦਾ ਵਾਤਾਵਰਣ ਸਿੱਖਿਆ ਸਬਜੈਕਟ ਹੈ ਜਿਹੜਾ ਉਸਦਾ ਯੂਨਿਟ ਨੰਬਰ 2 ਤੇ ਚੈਪਟਰ ਨੰਬਰ 4 ਸ਼ੁਰੂ ਕਰਾਂਗੇ। ਔਰ ਤੁਹਾਡੇ ਜਿਹੜੇ ਜੁਲਾਈ ਦੇ ਵਿੱਚ 22 ਮੰਥਲੀ ਟੈਸਟ ਹੋਏ ਹੈ ਉਹਨਾਂ ਦੇ ਵਿੱਚ ਤੁਹਾਡਾ ਯੂਨਿਟ 1 ਜਿਹੜਾ ਉਹ ਕੰਪਲੀਟ ਹੋ ਗਿਆ। ਹੁਣ ਤੁਸੀਂ ਅੱਗੇ ਸਤੰਬਰ ਦੇ ਵਿੱਚ ਟੈਸਟ ਦੇਣੇ ਹੈ ਤਾਂ ਉਹਦੇ ਲਈ ਤੁਹਾਡੇ ਇਹ ਯੂਨਿਟ ਜਿਹੜਾ 2 ਹੈ ਉਹ ਅਸੀਂ ਪਹਿਲਾਂ ਕਰਾਂਗੇ, ਫਿਰ ਯੂਨਿਟ 3 ਕਰਾਂਗੇ। ਯੂਨਿਟ 2 ਦੇ ਵਿੱਚ 3 ਚੈਪਟਰਸ ਹੈ, ਵਾਤਾਵਰਣੀ ਪ੍ਰਬੰਧਨ ਭਾਗ 1, ਭਾਗ 2, ਭਾਗ 3। ਤਾਂ ਇਸ ਚੈਪਟਰ ਨੂੰ ਆਪਾਂ ਹੁਣ ਸ਼ੁਰੂ ਕਰਦੇ ਹਾਂ। ਤਾਂ ਸਟੂਡੈਂਟਸ ਆਪਾਂ NCERT ਦੀ ਜਿਹੜੀ ਬੁੱਕ ਹੈ ਉਹਨੂੰ ਫੋਲੋ ਕਰ ਰਹੇ ਹਾਂ ਅਸੀਂ। ਤੁਹਾਡੀ ਇਹ ਪੰਜਾਬੀ ਮੀਡੀਅਮ ਦੀ ਜਿਹੜੀ ਬੁੱਕ ਹੈ ਤੇ ਸੋ ਉਹਦੇ ਵਿੱਚੋਂ ਦੀ ਮੈਂ ਕਰਾ ਰਹੀ ਹਾਂ। ਜਿਹੜੇ ਬੱਚੇ ਇੰਗਲਿਸ਼ ਮੀਡੀਅਮ ਦੇ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ, ਉਹਨਾਂ ਦੇ ਲਈ ਇੰਗਲਿਸ਼ ਦੇ ਵਿੱਚੋਂ ਦੀ ਕਰਾਇਆ ਜਾਏਗਾ। ਠੀਕ ਹੈ, ਸਭ ਤੋਂ ਪਹਿਲਾਂ ਸੋ ਜਾਣ ਪਛਾਣ ਇਸ ਚੈਪਟਰ ਦੀ ਕੀ ਹੈ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਾਡਾ ਜਿਹੜਾ ਵਾਤਾਵਰਣ ਹੈ ਉਸ ਦੀ ਗੁਣਵੱਤਾ ਜਿਹੜੀ ਉਹ ਦਿਨ ਪ੍ਰਤੀ ਦਿਨ ਘਟਦੀ ਚਲੀ ਜਾ ਰਹੀ ਹੈ ਔਰ ਉਹਦੇ ਲਈ ਰਿਸਪੌਂਸੀਬਲ ਮਨੁੱਖ ਖੁਦ ਹੈ। ਸਾਡੀਆਂ ਜਿਹੜੀਆਂ ਵਿਕਾਸ ਦੇ ਪ੍ਰਤੀ ਜਿਹੜੀਆਂ ਕਿਰਿਆਵਾਂ ਹੋ ਰਹੀਆਂ, ਐਕਟੀਵਿਟੀਜ਼ ਹੋ ਰਹੀਆਂ, ਸੋ ਉਹਨਾਂ ਦੇ ਕਾਰਨ ਸਾਡੇ ਵਾਤਾਵਰਣ ਨੂੰ ਕਾਫੀ ਨੁਕਸਾਨ ਪਹੁੰਚ ਰਿਹਾ। ਸੋ ਜਿੱਥੇ ਅਸੀਂ ਇੱਕ ਪਾਸੇ ਕਈ ਖੇਤਰਾਂ ਦੇ ਵਿੱਚ ਮੱਲਾ ਮਾਰ ਰਹੇ ਹਾਂ, ਸੋ ਜਿਵੇਂ ਸਪੇਸ ਸ਼ਟਲ ਹੋ ਗਿਆ ਹੈ, ਸੋ ਉਸ ਤੋਂ ਬਾਅਦ ਇਨਫੋਰਮੇਸ਼ਨਲ ਟੈਕਨੋਲੋਜੀ ਹੋ ਗਈ, ਜੈਨੇਟਿਕ ਇੰਜੀਨੀਅਰਿੰਗ ਜਿਹਨੂੰ ਅਸੀਂ ਅਨੁਵੰਸ਼ਿਕ ਇੰਜੀਨੀਅਰਿੰਗ ਕਹਿੰਦੇ ਹਾਂ, ਸੋ ਸਾਡੀ ਸਾਇੰਸ ਐਂਡ ਟੈਕਨੋਲੋਜੀ ਹੋ ਗਈ। ਇਹਨਾਂ ਖੇਤਰਾਂ ਦੇ ਵਿੱਚ ਸਾਡੀ ਬੜੀਆਂ ਸੋ ਖੋਜਾਂ ਹੋ ਰਹੀਆਂ, ਪਰ ਦੂਸਰੇ ਪਾਸੇ ਇਹਨਾਂ ਦਾ ਆਨੰਦ ਜਿਹੜਾ ਸਾਨੂੰ ਲੈਣਾ ਚਾਹੀਦਾ ਸੀਗਾ ਇਹਨਾਂ ਖੋਜਾਂ ਦਾ, ਉਹਦੇ ਉੱਤੇ ਥੋੜਾ ਜਿਹਾ ਨੁਕਸਾਨ ਜਿਹੜਾ ਉਹ ਕੁਝ ਚੀਜ਼ਾਂ ਪਹੁੰਚਾ ਰਹੀਆਂ। ਉਹ ਹੈ ਸਾਡੀ ਵੱਧਦੀ ਹੋਈ ਆਬਾਦੀ, ਸਾਡੇ ਸਰੋਤ ਜਿਹੜੇ ਹੈ ਜਿੰਨੇ ਵੀ ਨੈਚੁਰਲ ਰਿਸੋਰਸਿਸ ਹੈ ਉਹਨਾਂ ਦਾ ਵੱਧ ਤੋਂ ਵੱਧ ਜਿਹੜਾ ਮਨੁੱਖ ਦੋਹਨ ਕਰ ਰਿਹਾ, ਉਹਨਾਂ ਦਾ ਘਾਟ ਹੋ ਰਹੀ ਹੈ। ਤੇ ਉਸ ਤੋਂ ਬਾਅਦ ਹੈ ਪ੍ਰਦੂਸ਼ਣ। ਇਹ ਤਿੰਨ ਜਿਹੜੀਆਂ ਸਮੱਸਿਆਵਾਂ ਸਾਡੀਆਂ ਸੋ ਸਾਡੇ ਵਾਤਾਵਰਣ ਨੂੰ ਨੁਕਸਾਨ ਜਿਹੜਾ ਪਹੁੰਚਾ ਰਹੀਆਂ। ਹੁਣ ਸੋ ਫਿਰ ਇਹ ਸੋਚਣ ਦੇ ਵਿੱਚ ਅਸੀਂ ਮਜਬੂਰ ਹੋ ਜਾਂਦੇ ਹਾਂ। ਤੁਸੀਂ ਦੇਖਿਆ ਹੋਣਾ ਹੈ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਬਹੁਤ ਸਾਰੇ ਸੋ ਜਿਹੜੇ ਸਾਡੇ ਪ੍ਰਧਾਨ ਮੰਤਰੀ ਹੈ ਜਾਂ ਰਾਸ਼ਟਰਪਤੀ ਹੈ ਕਿਸੇ ਵੀ ਦੇਸ਼ ਦੇ, ਤਾਂ ਉਹ ਬਹੁਤ ਸਾਰੀਆਂ ਕਾਨਫਰੰਸਿਸ ਹੁੰਦੀਆਂ, ਸਮਿਟਸ ਹੁੰਦੀਆਂ ਵਾਤਾਵਰਣ ਦੇ ਉੱਤੇ, ਖਾਸ ਕਰਕੇ ਉਹਦੇ ਵਿੱਚ ਭਾਗ ਲੈਂਦੇ ਹੈ। ਉਹ ਵੱਖ-ਵੱਖ ਜਿਹੜੀਆਂ ਵਿਕਸਿਤ ਜਿਹੜੇ ਦੇਸ਼ ਹੈ ਉਹਨਾਂ ਤੇ ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਹੈ, ਜਿਹੜੇ ਵਿਕਸਿਤ ਹੋ ਰਹੇ ਦੇਸ਼ ਹੈ, ਤੇ ਸੋ ਉਹਨਾਂ ਦੀਆਂ ਕੀ ਸਮੱਸਿਆਵਾਂ ਹੈ ਵਾਤਾਵਰਣ ਦੇ ਪ੍ਰਤੀ, ਜਾਂ ਕਿਹਨੇ ਵੱਧ ਨੁਕਸਾਨ ਪਹੁੰਚਾਇਆ ਵਾਤਾਵਰਣ ਨੂੰ, ਕਿਹਨੇ ਘੱਟ ਪਹੁੰਚਾਇਆ ਵਾਤਾਵਰਣ ਨੂੰ ਨੁਕਸਾਨ, ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਡਿਸਕਸ ਕਰਦੇ ਆ ਉਹ। ਠੀਕ ਹੈ, ਤੇ ਫਿਰ ਪਾਲਿਸੀਜ਼ ਬਣਦੀਆਂ। ਤਾਂ ਇਸ ਲਈ ਫਿਰ ਇਹ ਸਾਰੀਆਂ ਕਾਨਫਰੰਸਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਵੀ ਸਾਨੂੰ ਵਾਤਾਵਰਣ ਦਾ ਪ੍ਰਬੰਧਨ ਕਰਨ ਦੀ ਲੋੜ ਹੈ। ਠੀਕ ਹੈ, ਸਾਡੇ ਜਿਹੜੇ ਸਰੋਤ ਹੈ, ਨੈਚੁਰਲ ਰਿਸੋਰਸਿਸ ਹੈ, ਉਹਨਾਂ ਨੂੰ ਅਸੀਂ ਵਧੀਆ ਤਰੀਕੇ ਦੇ ਨਾਲ ਵਰਤੀਏ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਸੋ ਉਹ ਸਰੋਤ ਜਿਹੜੇ ਸਾਡੇ ਬਣੇ ਰਹਿਣ ਔਰ ਉਹਨਾਂ ਦੀ ਗੁਣਵੱਤਾ ਵੀ ਜਿਹੜੀ ਉਹ ਬਣੀ ਰਵੇ, ਕਿ ਉਹਨਾਂ ਨੂੰ ਅਸੀਂ ਨਸ਼ਟ ਨਾ ਕਰੀਏ ਪੂਰੀ ਤਰ੍ਹਾਂ। ਤਾਂ ਇਸ ਲਈ ਪ੍ਰਬੰਧਨ ਜਿਹੜਾ ਜ਼ਰੂਰੀ ਹੈ। ਤਾਂ ਹੁਣ ਫਿਰ ਇਹ ਪ੍ਰਬੰਧਨ ਜਿਹੜਾ ਉਹ ਕੀ ਹੈ, ਤੇ ਇਹਦਾ ਮਤਲਬ ਹੈ ਕਿ ਕੰਮ ਸੋ ਵਿਧੀ ਜਾਂ ਪ੍ਰਬੰਧਨ ਦਾ ਤਰੀਕਾ, ਦੇਖਭਾਲ, ਸੋ ਨਿਗਰਾਨੀ, ਠੀਕ ਹੈ, ਸੋ ਅਤੇ ਕੰਟਰੋਲ। ਠੀਕ ਹੈ, ਸੋ ਕਿ ਅਸੀਂ ਵਿਕਾਸ ਕਰ ਰਹੇ ਹਾਂ, ਕੰਮ ਕਰ ਰਹੇ ਹਾਂ ਅਸੀਂ, ਠੀਕ ਹੈ, ਪਰ ਉਹਦੀ ਵਿਧੀ ਕੀ ਹੋਣੀ ਚਾਹੀਦੀ ਹੈ, ਪ੍ਰਬੰਧਨ ਦਾ ਤਰੀਕਾ ਕੀ ਹੋਣਾ ਚਾਹੀਦਾ ਹੈ, ਠੀਕ ਹੈ, ਸੋ ਦੇਖਭਾਲ ਕਿਵੇਂ ਹੋਣੀ ਚਾਹੀਦੀ ਹੈ ਵਾਤਾਵਰਣ ਦੀ ਵਿਕਾਸ ਦੇ ਨਾਲ ਨਾਲ, ਨਿਗਰਾਨੀ ਕਰਨਾ ਕਿ ਕੋਈ ਜੰਗਲ ਤਾਂ ਨਹੀਂ ਕੱਟ ਰਿਹਾ, ਠੀਕ ਹੈ, ਸੋ ਜਾਂ ਸਾਡੇ ਜਿਹੜੇ ਸਰੋਤ ਹੈ ਉਹਨਾਂ ਨੂੰ, ਪਾਣੀ ਦੇ ਸਰੋਤ ਹੈ ਜਾਂ ਹਵਾ ਹੈ, ਉਹਨਾਂ ਨੂੰ ਨੁਕਸਾਨ ਤਾਂ ਨਹੀਂ ਪਹੁੰਚਾ ਰਿਹਾ, ਤੇ ਕੰਟਰੋਲ ਕਰਨਾ। ਸੋ ਉਸ ਤੋਂ ਬਾਅਦ ਸੋ ਜਿਵੇਂ ਕਿ ਵਾਤਾਵਰਣ ਦੇ ਪ੍ਰਬੰਧਨ ਦਾ ਭਾਵ ਦਰਸਾਉਂਦਾ ਹੈ ਕਿ ਇਸ ਦੇ ਵਿੱਚ ਵਾਤਾਵਰਣ ਦੇ ਨਾਲ ਸੰਬੰਧਿਤ ਸਾਰੇ ਪਹਿਲੂ ਸ਼ਾਮਲ ਹਨ। ਇਹ ਵਾਤਾਵਰਣ ਨਾਲ ਸੰਬੰਧਿਤ ਕਿਸੇ ਸਮੱਸਿਆ ਤੋਂ ਸ਼ੁਰੂ ਹੋ ਕੇ ਉਸ ਦੇ ਹੱਲ ਨੂੰ ਤਲਾਸ਼ਣਾ ਹੈ। ਇਸ ਲਈ ਇਸ ਵਿੱਚ ਹੇਠ ਲਿਖੇ ਅਨੁਸਾਰ ਕੀ ਚੀਜ਼ਾਂ ਸ਼ਾਮਲ ਹਨ: ਰੋਕਥਾਮ ਅਤੇ ਕਾਬੂ ਕਰਨ ਦੀਆਂ ਵਿਧੀਆਂ, ਨੀਤੀਆਂ ਨੂੰ ਘੜਨਾ, ਵਾਤਾਵਰਣ ਦਾ ਸਰਵੇਖਣ ਕਰਨਾ। ਠੀਕ ਹੈ, ਸੋ ਇਹ ਤਿੰਨ ਚੀਜ਼ਾਂ ਜਿਹੜੀਆਂ ਸੋ ਆ ਜਾਂਦੀਆਂ: ਰੋਕਥਾਮ ਅਤੇ ਕਾਬੂ ਕਰਨ ਦੀਆਂ ਵਿਧੀਆਂ, ਨੀਤੀਆਂ ਨੂੰ ਘੜਨਾ ਤੇ ਵਾਤਾਵਰਣ ਦਾ ਸਰਵੇਖਣ ਕਰਨਾ। ਠੀਕ ਹੈ ਜੀ। ਹੁਣ ਵਾਤਾਵਰਣ ਦਾ ਪ੍ਰਬੰਧਨ ਸਭ ਤੋਂ ਵੱਧ ਮਹੱਤਵਪੂਰਨ ਹੋਣ ਦੇ ਬਾਵਜੂਦ ਸਭ ਤੋਂ ਵੱਧ ਹੀ ਅਸੀਂ ਇਹਨੂੰ ਅਣਦੇਖਿਆ ਕੀਤਾ ਹੈ। ਠੀਕ ਹੈ, ਸੋ ਇਹ ਰਾਸ਼ਟਰੀ ਵਿਕਾਸ ਅਤੇ ਆਰਥਿਕ ਵਾਧੇ ਦੇ ਨਾਲ ਸੰਬੰਧਿਤ ਹੈ
ਅਸਲ ਵਿੱਚ ਅੱਜ ਅਸੀਂ ਵਾਤਾਵਰਣ ਅਤੇ ਵਿਕਾਸ ਵਿੱਚੋਂ ਇੱਕ ਨੂੰ ਚੁਣਨ ਦੇ ਲਈ ਦੁਰਾਹੇ ਤੇ ਖੜੇ ਹਾਂ। ਸੋ ਇਹ ਤੁਸੀਂ ਸਮਝਦੇ ਹੋ ਇਸ ਗੱਲ ਨੂੰ ਕਿ ਵਿਕਾਸ ਹੋ ਰਿਹਾ ਹੈ ਤੇ ਵਾਤਾਵਰਣ ਨੂੰ ਨੁਕਸਾਨ ਹੋ ਰਿਹਾ ਹੈ। ਤਾਂ ਹੁਣ ਅਸੀਂ ਕਿਸੇ ਇੱਕ ਨੂੰ ਕੀ ਚੁਣਾਂਗੇ ਕਿ ਜਾਂ ਤਾਂ ਅਸੀਂ ਵਾਤਾਵਰਣ ਚੁਣਾਂਗੇ ਜਾਂ ਵਿਕਾਸ ਨੂੰ ਚੁਣਾਂਗੇ, ਪਰ ਏਦਾਂ ਹੋ ਨਹੀਂ ਸਕਦਾ। ਤਾਂ ਫਿਰ ਕਿਉਂ ਨਾ ਅਸੀਂ ਏਦਾਂ ਦਾ ਮੈਨੇਜਮੈਂਟ ਕਰੀਏ, ਪ੍ਰਬੰਧਨ ਕਰੀਏ ਕਿ ਦੋਨੋਂ ਹੀ ਚੀਜ਼ਾਂ ਜਿਹੜੀਆਂ ਉਹ ਸਾਡੀਆਂ ਸੁਰੱਖਿਅਤ ਰਹਿਣ ਔਰ ਦੋਨੋਂ ਚੀਜ਼ਾਂ ਚੱਲਦੀਆਂ ਰਹਿਣ, ਇੱਕ ਦੂਜੇ ਦੇ ਨਾਲ ਤਾਲਮੇਲ ਬਣਾ ਕੇ ਸੋ ਇਹ ਚੱਲਣ ਦੋਨੋਂ ਚੀਜ਼ਾਂ। ਸੋ ਇੱਕ ਪਾਸੇ ਉਦਯੋਗਿਕ ਦੇਸ਼ਾਂ ਨੇ ਰਹਿਣ ਸਹਿਣ ਦੇ ਉੱਚੇ ਮਾਪਦੰਡ ਹਾਸਿਲ ਕਰ ਲਏ ਹਨ ਅਤੇ ਇਹ ਪ੍ਰਾਪਤੀ ਵਾਤਾਵਰਣ ਵਿਚਲੇ ਵਿਗਾੜ ਦੇ ਲਈ ਜ਼ਿੰਮੇਦਾਰ ਸਾਬਤ ਹੋਈ ਹੈ। ਵਿਕਸਿਤ ਦੇਸ਼ ਹਾਲ ਹੀ ਵੀ ਜ਼ਿੰਦਗੀ ਦੇ ਘੱਟੋ ਘੱਟ ਮਿਆਰਾਂ ਨੂੰ ਪ੍ਰਾਪਤ ਕਰਨ ਦੇ ਲਈ ਸੰਘਰਸ਼ ਕਰ ਰਹੇ ਹਨ, ਜਦ ਕਿ ਉਹ ਵੀ ਵਾਤਾਵਰਣ ਦੀ ਗੁਣਵੱਤਾ ਨੂੰ ਨਸ਼ਟ ਕਰਨ ਦੇ ਵਿੱਚ ਹਿੱਸਾ ਪਾ ਰਹੇ ਹਨ। ਕਿ ਵਿਕਸਿਤ ਦੇਸ਼ਾਂ ਨੇ ਤਾਂ ਬਹੁਤ ਗੁਣਵੱਤਾ ਦੇ ਵਿੱਚ ਨੁਕਸਾਨ ਪਹੁੰਚਾਤਾ, ਪਰ ਜਿਹੜੇ ਹਜੇ ਵਿਕਾਸਸ਼ੀਲ ਦੇਸ਼ ਹੈ ਉਹ ਵੀ ਹੁਣ ਨੁਕਸਾਨ ਕਰ ਰਹੇ ਵਾਤਾਵਰਣ ਦਾ। ਠੀਕ ਹੈ, ਸੋ ਇਸ ਲਈ ਸੋ ਹੁਣ ਸਾਨੂੰ ਇਹ ਜਿਹੜਾ ਸਮਝਣਾ ਪਏਗਾ ਕਿ ਅਸੀਂ ਕੀ ਰਸਤਾ ਅਖਤਿਆਰ ਏਦਾਂ ਦਾ ਕਰੀਏ ਕਿ ਸਾਡਾ ਵਿਕਾਸ ਜਿਹੜਾ ਉਹ ਟਿਕਾਊ ਹੋਵੇ। ਸੋ ਟਿਕਾਊ ਵਿਕਾਸ ਦਾ ਮਤਲਬ ਹੈ ਕਿ ਵਿਕਾਸ ਹੋਵੇ ਪਰ ਸਾਡਾ ਵਾਤਾਵਰਣ ਨੂੰ ਕੋਈ ਨੁਕਸਾਨ ਨਾ ਹੋਵੇ। ਹੁਣ ਆਪਾਂ ਥੋੜੀ ਜਿਹੀ ਭਾਰਤ ਦੀ ਗੱਲ ਕਰਦੇ ਹਾਂ। ਵਿਕਾਸਸ਼ੀਲ ਦੇਸ਼ ਹੈ ਸਾਡਾ। ਸੋ ਭਾਰਤ ਵਿੱਚ ਵਾਤਾਵਰਣੀ ਸੋ ਮਸਲਾ ਨਵਾਂ ਵਿਸ਼ਾ ਨਹੀਂ ਹੈ ਅਤੇ ਇਸ ਦੀ ਸਾਂਭ ਸੰਭਾਲ ਭਾਰਤੀ ਜੀਵਨ ਦਾ ਇੱਕ ਅਟੁੱਟ ਹਿੱਸਾ ਰਹੀ ਹੈ ਅਤੇ ਇਹ ਇਤਿਹਾਸਕ ਅਤੇ ਪਰੰਪਰਾਗਤ ਹੈ। ਸੋ ਤੁਹਾਨੂੰ ਪਤਾ ਹੈ ਕਿ ਸਦੀਆਂ ਤੋਂ ਹੀ ਅਸੀਂ ਆਪਣੇ ਜਿਹੜੇ ਪੁਰਾਣੇ ਗ੍ਰੰਥ ਹੈ ਉਹਨਾਂ ਦੇ ਵਿੱਚ ਇਹ ਦੇਖਦੇ ਆਏ ਹਾਂ ਕਿ ਸਾਡੇ ਵਾਤਾਵਰਣ ਦੇ ਪ੍ਰਤੀ ਬਹੁਤ ਹੀ ਆਦਰ ਸਨਮਾਨ ਜਿਹੜਾ ਹੁੰਦਾ ਹੈ। ਜਿਵੇਂ ਪੁਰਾਤਨ ਭਾਰਤੀ ਗ੍ਰੰਥ ਸਾਡਾ ਆਯੁਰਵੇਦ ਹੈ ਸੋ ਉਹ 3200 ਸਾਲ ਪਹਿਲਾਂ 1200 BC ਦੇ ਵਿੱਚ ਲਿਖਿਆ ਗਿਆ ਸੀਗਾ। 3200 ਸਾਲ ਪਹਿਲਾਂ 1200 BC ਵਿੱਚ ਲਿਖਿਆ ਗਿਆ ਸੀ। ਤਾਂ ਉਹਦੇ ਮੁਤਾਬਕ ਕੀ ਕਿਹਾ ਜਾਂਦਾ ਹੈ, ਹੇ ਧਰਤੀ ਮਾਤਾ ਤੂੰ ਹੀ ਸਾਡੇ ਲਈ ਦੁਨੀਆ ਹੈ ਅਤੇ ਅਸੀਂ ਤੇਰੇ ਬੱਚੇ ਹਾਂ ਅਤੇ ਅਸੀਂ ਇੱਕੋ ਭਾਸ਼ਾ ਦੇ ਵਿੱਚ ਗੱਲ ਕਰੀਏ, ਅਸੀਂ ਇੱਕ ਦੂਜੇ ਦੇ ਨੇੜੇ ਆਈਏ ਸੋ ਤਾਂ ਜੋ ਅਸੀਂ ਸ਼ਾਂਤੀ ਅਤੇ ਸੁਮੇਲ ਰੱਖਦੇ ਹੋਏ ਰਹਿ ਸਕੀਏ। ਮਤਲਬ ਵਾਤਾਵਰਣ ਤੇ ਮਨੁੱਖ ਜਿਹੜਾ ਉਹ ਆਪਸ ਵਿੱਚ ਤਾਲਮੇਲ ਕਰ ਸਕਣ ਔਰ ਸ਼ਾਂਤੀ ਤੇ ਸੁਮੇਲ ਦੇ ਨਾਲ ਰਹਿ ਸਕਣ, ਇੱਕ ਦੂਜੇ ਦੇ ਨਾਲ ਤਾਲਮੇਲ ਬਣਾ ਕੇ ਰਹਿ ਸਕਣ। ਠੀਕ ਹੈ, ਸੋ ਇਹ ਦੇਖੋ ਸਾਡੇ ਆਯੁਰਵੇਦ ਦੇ ਵਿੱਚ ਇੰਨੇ ਸਾਲ ਪੁਰਾਣੇ ਪਹਿਲਾਂ ਕਿਹਾ ਗਿਆ ਸੀਗਾ। ਸੋ ਤੁਸੀਂ ਦੇਖਦੇ ਹੋ ਕਿ ਅਸੀਂ ਬਹੁਤ ਸਾਰੇ ਪੌਦਿਆਂ ਦੀ ਪੂਜਾ ਕਰਦੇ ਹਾਂ, ਤੁਲਸੀ ਹੋ ਗਿਆ, ਪੀਪਲ ਹੋ ਗਿਆ। ਠੀਕ ਹੈ, ਸੋ ਬਹੁਤ ਸਾਰੇ। ਤਾਂ ਇਹ ਇਸੇ ਕਰਕੇ ਹੈ ਕਿਉਂਕਿ ਅਸੀਂ ਵਾਤਾਵਰਣ ਦੇ ਪ੍ਰਤੀ ਸਾਨੂੰ ਇਹ ਸਿਖਾਇਆ ਗਿਆ ਸਦੀਆਂ ਤੋਂ ਕਿ ਅਸੀਂ ਉਹਨੂੰ ਨੁਕਸਾਨ ਨਹੀਂ ਪਹੁੰਚਾਉਣਾ ਹੈ। ਪਰ ਇਹ ਹੈ ਕਿ ਸਾਡੀ ਜਿੱਦਾਂ ਮੈਂ ਪਹਿਲਾਂ ਦੱਸਿਆ ਵੱਧਦੀ ਹੋਈ ਆਬਾਦੀ ਜਿਹੜੀ ਹੈ ਸੋ ਉਹਦੇ ਕਾਰਨ ਸਾਡਾ ਇਹ ਜਿਹੜਾ ਵਾਤਾਵਰਣ ਹੈ ਉਹਨੂੰ ਨੁਕਸਾਨ ਹੋ ਰਿਹਾ ਹੈ। ਸੋ ਉਪਨਿਸ਼ਦ ਜਿਹੜੇ ਹੈ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਇਹ ਫਾਨੀ ਸੰਸਾਰ ਜੋ ਚੱਲ ਅਤੇ ਅਚਲ ਹੈ ਪਰਮਾਤਮਾ ਦੁਆਰਾ ਦਿੱਤਾ ਗਿਆ ਹੈ। ਇਸ ਦੇ ਸਰੋਤਾਂ ਨੂੰ ਸੋਚ ਸਮਝ ਕੇ ਵਰਤੋ, ਉਹਨਾਂ ਦੀ ਜਾਇਦਾਦ ਤੇ ਕਬਜ਼ਾ ਨਾ ਕਰੋ ਅਤੇ ਉਹਨਾਂ ਜਿਨ੍ਹਾਂ ਦੇ ਹਾਲੀ ਇਸ ਸੰਸਾਰ ਵਿੱਚ ਆਉਣਾ ਹੈ ਕਿ ਜਿਹੜੇ ਬੱਚਿਆਂ ਨੇ ਹਜੇ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਡੇ ਇਸ ਸੰਸਾਰ 'ਚ ਆਉਣਾ ਹੈ ਤਾਂ ਉਹਨਾਂ ਦੇ ਲਈ ਵੀ ਅਸੀਂ ਸਰੋਤਾਂ ਨੂੰ ਖਤਮ ਨਾ ਕਰ ਦਈਏ ਕਿਤੇ। ਠੀਕ ਹੈ, ਉਹਨਾਂ ਦੇ ਲਈ ਅਸੀਂ ਛੱਡ ਕੇ ਜਾਈਏ ਇਹਨਾਂ ਸਰੋਤਾਂ ਨੂੰ। ਸੋ 22 ਸਦੀਆਂ ਪਹਿਲਾਂ ਅਸ਼ੋਕ ਮਹਾਰਾਜ ਨੇ ਇਸ ਨੂੰ ਇੱਕ ਰਾਜੇ ਦਾ ਕਰਤੱਵ ਦੱਸਿਆ ਕਿ ਉਹ ਜੰਗਲ ਅਤੇ ਜੰਗਲੀ ਜੀਵਨ ਦੀ ਰੱਖਿਆ ਕਰੋ। ਇਸ ਤੋਂ ਬਾਅਦ ਬਹੁਤ ਸਾਰੇ ਅੰਦੋਲਨਾਂ ਦੇ ਰਾਹੀਂ ਵਾਤਾਵਰਣ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਹੋਈਆਂ। ਸੋ ਇਹ ਸਾਰਾ ਜਿਹੜਾ ਇਹ ਭਾਰਤ ਦਾ ਥੋੜਾ ਜਿਹਾ ਤੁਹਾਨੂੰ ਵਰਣਨ ਕੀਤਾ ਹੈ ਕਿ ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਵਾਤਾਵਰਣ ਨੂੰ ਬਚਾਉਣ ਦੇ ਲਈ ਕੀ ਕੁਝ ਹੁੰਦਾ ਰਿਹਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਵਿਕਾਸ ਦੀ। ਸੋ ਆਕਸਫੋਰਡ ਡਿਕਸ਼ਨਰੀ ਜਿਹੜੀ ਹੈ ਉਹਦੇ ਵਿੱਚ ਵਿਕਾਸ ਦਾ ਮਤਲਬ ਹੈ ਵਾਧਾ, ਅੱਗੇ ਵਧਣਾ। ਠੀਕ ਹੈ, ਸੋ ਇਹ ਤੁਹਾਨੂੰ ਪਤਾ ਹੀ ਹੈ ਇਹ ਵਿਕਾਸ ਦਾ ਮਤਲਬ ਅੱਗੇ ਵਧਣਾ ਹੈ। ਤਾਂ ਫਿਰ ਵਿਕਾਸ ਤਾਂ ਅੱਛੀ ਚੀਜ਼ ਹੈ ਕਿ ਵੀ ਵਿਕਾਸ ਤਾਂ ਹੋਣਾ ਹੀ ਚਾਹੀਦਾ ਹੈ। ਠੀਕ ਹੈ, ਸੋ ਉਹਦੇ ਨਾਲ ਕੀ ਹੁੰਦਾ ਹੈ ਕਿ ਸਾਡੀ ਜਿਹੜੀ ਹਰ ਪਰਸਨ ਦੀ ਜਿਹੜੀ ਦੀ ਜ਼ਿੰਦਗੀ ਹੈ ਉਹਦੇ ਵਿੱਚ ਵੀ ਵਿਕਾਸ ਹੁੰਦਾ ਹੈ, ਉਹਦੇ ਰਹਿਣ ਸਹਿਣ ਦਾ ਜਿਹੜਾ ਮਿਆਰ ਹੈ ਉਹ ਉੱਚਾ ਹੁੰਦਾ ਹੈ। ਠੀਕ ਹੈ, ਸੋ ਉਹਦੀ ਜਿਹੜੀ ਸਾਡੇ ਦੇਸ਼ ਦੀ ਪਰ ਕੈਪੀਟਲ ਇਨਕਮ ਹੈ ਠੀਕ ਹੈ, ਸੋ ਉਹ ਇਨਕਰੀਜ਼ ਹੁੰਦੀ ਹੈ। ਠੀਕ ਹੈ, ਸੋ ਸਾਡੀ GDP ਜਿਹੜੀ ਹੈ ਉਹ ਇਨਕਰੀਜ਼ ਹੁੰਦੀ ਹੈ, ਜਿਹਨੂੰ ਅਸੀਂ ਗਰੋਥ ਡੋਮੈਸਟਿਕ ਪ੍ਰੋਡਕਟ ਠੀਕ ਹੈ, ਸੋ GDP ਜਾਂ ਰਾਸ਼ਟਰੀ ਕੁੱਲ ਉਤਪਾਦਨ ਗ੍ਰੋਸ ਨੈਸ਼ਨਲ ਪ੍ਰੋਡਕਟ GNP ਠੀਕ ਹੈ, ਸੋ ਜਿਹੜੀ ਹੈ ਸੋ ਅਸੀਂ ਕਹਿੰਦੇ ਇਹ ਦੋਨੋਂ ਜਿਹੜੇ ਹੈ ਪੈਰਾਮੀਟਰਸ ਹੁੰਦੇ ਹੈ ਕਿਸੇ ਦੇਸ਼ ਨੂੰ ਵਿਕਾਸਸ਼ੀਲ ਕਹਿਣ ਦੇ ਲਈ ਜਾਂ ਵਿਕਸਿਤ ਦੇਸ਼ ਕਹਿਣ ਦੇ ਲਈ।
ठीक है। सो ये हर देश अपनी पूरी संभव कोशिश करता है कि साडी GDP ਜਾਂ GNP ਜਿਹੜੀ ਆ ਉਹ 'ਚ ਵਾਧਾ ਹੋਵੇ। ठीक है। सो GDP ਸੋ ਇਹ ਸ਼ਹਿਰੀ ਅਤੇ ਗੈਰ ਸ਼ਹਿਰੀਆਂ ਦੋਵਾਂ ਦੁਆਰਾ ਕਿਸੇ ਆਰਥਿਕਤਾ ਰਾਹੀਂ ਵਸਤੂਆਂ ਅਤੇ ਸੇਵਾਵਾਂ ਦਾ ਅੰਤਿਮ ਉਪਯੋਗ ਦੇ ਲਈ ਕੁੱਲ ਹੈ, ਚਾਹੇ ਉਹ ਘਰੇਲੂ ਜਾਂ ਬਾਹਰੀ ਨਿਵੇਸ਼ ਦੇ ਲਈ ਹੋਵੇ। GDP ਨੂੰ ਕੁੱਲ ਜਨਸੰਖਿਆ ਦੇ ਨਾਲ ਭਾਗ ਕਰਕੇ GDP ਪ੍ਰਤੀ ਵਿਅਕਤੀ ਪ੍ਰਾਪਤ ਹੁੰਦਾ ਹੈ। ਆਮ ਤੌਰ ਤੇ ਅਸੀਂ ਵਿਕਾਸ ਨੂੰ ਮਨਚਾਹੇ ਸਮਾਜਿਕ ਮੰਤਵਾਂ ਦਾ ਵਾਹਕ ਸਮਝ ਲੈਂਦੇ ਹਾਂ। ਇਸ ਵਿੱਚ ਹੇਠ ਲਿਖੇ ਅਨੁਸਾਰ ਤੱਤ ਸ਼ਾਮਲ ਹਨ। ਠੀਕ ਹੈ। ਮਨ ਚਾਹੇ ਵੀ ਅਸੀਂ ਆਪਣੇ ਸੋ ਜਿਹੜੇ ਉਹਦੇ ਨਾਲ ਅਸੀਂ ਕਰ ਸਕਦੇ ਹਾਂ ਬਦਲਾਵ ਜਿਹੜੇ ਹੈ, ਤਾਂ ਕੀ ਹੈ, ਪ੍ਰਤੀ ਵਿਅਕਤੀ ਆਮਦਨ ਦੇ ਵਿੱਚ ਅਸਲ ਵਾਧਾ, ਰਹਿਣ ਸਹਿਣ ਦਾ ਇੱਕ ਤਸੱਲੀ ਬਖਸ਼ ਮੌਕਾ, ਸਿਹਤ ਅਤੇ ਪੋਸ਼ਣ ਸੰਬੰਧੀ ਸੁਧਰੀ ਹੋਈ ਦਰਜਾਬੰਦੀ, ਵਿਦਿਆ ਦੀ ਪ੍ਰਾਪਤੀ। ਇਹ ਸਾਡੇ ਇੰਡੀਕੇਟਰਸ ਹੈ ਕਿ ਵੀ ਕੋਈ ਦੇਸ਼ ਜਿਹੜਾ ਉਹ ਵਿਕਸਿਤ ਹੈ ਕਿ ਵਿਕਾਸਸ਼ੀਲ ਹੈ, ਤੇ ਇਹਨਾਂ ਚੀਜ਼ਾਂ ਤੋਂ ਹੀ ਪਤਾ ਚੱਲਦਾ ਹੈ। ਸੋ ਇਹ ਪੈਰਾਮੀਟਰਸ ਹੈ ਸਾਡੇ। ਠੀਕ ਹੈ। ਸੋ ਵਿਦਿਆ ਦੀ ਪ੍ਰਾਪਤੀ ਕਿੰਨੀ ਹੋ ਰਹੀ ਹੈ ਕਿਸੇ ਦੇਸ਼ ਦੇ ਵਿੱਚ, ਸਰੋਤਾਂ ਪ੍ਰਤੀ ਪਹੁੰਚ ਕਿੰਨੀ ਹੈ, ਅਸੀਂ ਆਪਣੇ ਸਰੋਤਾਂ ਨੂੰ ਕਿਵੇਂ ਜਿਹੜਾ ਹੈ ਸੋ ਉਹ ਯੂਜ਼ ਕਰਦੇ ਹਾਂ, ਸਾਡੀ ਪਹੁੰਚ ਕਿੰਨੀ ਹੈ, ਆਮਦਨ ਦੀ ਇੱਕ ਨਿਆਂਪੂਰਵਕ ਵੰਡ, ਮੁੱਢਲੇ ਮਨੁੱਖੀ ਅਧਿਕਾਰਾਂ ਦੀ ਪ੍ਰਾਪਤੀ ਦੀ ਗਰੰਟੀ ਕਿ ਸਾਡੇ ਜਿਹੜੇ ਮੁੱਢਲੇ ਅਧਿਕਾਰ ਹੈ ਉਹ ਹਰ ਵਿਅਕਤੀ ਤੱਕ ਹੈ ਕਿ ਪਹੁੰਚਦੇ ਹੈ ਕਿ ਨਹੀਂ ਪਹੁੰਚਦੇ, ਕੁਦਰਤ ਅਤੇ ਇਸ ਦੇ ਸਰੋਤਾਂ ਦੀ ਸਾਂਭ ਸੰਭਾਲ। ਠੀਕ ਹੈ। ਸੋ ਇਹ ਸਾਰੇ ਜਿਹੜੇ ਹੈ ਸੋ ਜੇ ਅਸੀਂ ਲਈਏ ਤੇ 8 ਜਿਹੜੇ ਆ ਸਾਡੇ ਪੈਰਾਮੀਟਰਸ ਹੈ, ਇਹਨਾਂ ਵਿੱਚੋਂ 7 ਜਿਹੜੇ ਆ ਉਹ ਤਾਂ ਸਾਡੇ ਵਿਕਾਸ ਦੇ ਨਾਲ ਹੀ ਜੁੜੇ ਹੋਏ ਹੈ, ਔਰ 8ਵਾਂ ਜਿਹੜਾ ਉਹ ਸਾਡਾ ਕੁਦਰਤ ਸਾਡੇ ਵਾਤਾਵਰਨ ਦੇ ਨਾਲ ਜੁੜਿਆ ਹੋਇਆ। ਤਾਂ ਇਹ 8 ਪੈਰਾਮੀਟਰਸ ਹੈ। ਹੁਣ ਆਪਾਂ ਕਰਨਾ ਬੇਟੇ ਵਾਤਾਵਰਣੀ ਪ੍ਰਬੰਧਨ ਦੀ ਲੋੜ ਤੇ ਵਿਕਾਸ ਕਿ ਇਹ ਇੱਕ ਦੂਸਰੇ ਦੇ ਨਾਲ ਕਿਵੇਂ ਜੁੜੇ ਹੋਏ ਹੈ, ਕੌਣ ਕਿਹਨੂੰ ਪ੍ਰਭਾਵਿਤ ਕਰ ਰਿਹਾ, ਵਿਕਾਸ ਜਿਹੜਾ ਉਹ ਵਾਤਾਵਰਨ ਨੂੰ ਪ੍ਰਭਾਵਿਤ ਕਰ ਰਿਹਾ, ਵਾਤਾਵਰਨ ਜਿਹੜਾ ਉਹ ਵਿਕਾਸ ਦੇ ਨਾਲ ਕਿਵੇਂ ਜੁੜਿਆ ਹੋਇਆ, ਇਹ ਆਪਾਂ ਕਰਾਂਗੇ। ਕਿ ਜਿਹੜਾ ਮਨੁੱਖ ਹੈ, ਠੀਕ ਹੈ, ਸੋ ਉਹ ਇੱਕ ਆਪਣੇ ਆਪ ਨੂੰ ਉੱਤਮ ਪ੍ਰਾਣੀ ਸਮਝਦਾ ਹੈ। ਠੀਕ ਹੈ। ਸੋ ਕਿ ਉਹ ਆਪਣੀ ਸ਼ਕਤੀ, ਆਪਣੀ ਖੁਸ਼ਹਾਲੀ ਤੇ ਆਪਣੀ ਇੱਜ਼ਤ ਜਿਹੜੀ ਹੈ ਉਹ ਬੜੀ ਉਹਦੇ ਪ੍ਰਤੀ ਬੇਅੰਤ ਲਾਲਚੀ ਹੋ ਚੁੱਕਿਆ ਹੈ, ਔਰ ਕੁਦਰਤ ਦੇ ਨਾਲ ਜਿਹੜਾ ਆਪਣਾ ਸੁਮੇਲ ਹੈ ਤੇ ਉਹਨੂੰ ਭੁੱਲ ਚੁੱਕਿਆ ਹੈ। ਉਹ ਆਪਣੇ ਆਪ ਨੂੰ ਜ਼ਿਆਦਾ ਸਮਝਦਾਰ ਸਮਝਦਾ ਹੈ। ਠੀਕ ਹੈ। ਸੋ ਹੁਣ ਆਰਥਿਕ ਜਿਹੜਾ ਸਾਡਾ ਵਿਕਾਸ ਹੈ, ਠੀਕ ਹੈ, ਉਹ ਦੋ ਉਹਦੇ ਸੂਚਕ ਹੈ ਮਹੱਤਵਪੂਰਨ, ਇੱਕ ਉਦਯੋਗੀਕਰਨ ਤੇ ਇੱਕ ਸ਼ਹਿਰੀਕਰਨ। ਇਹ ਹੁੰਦੇ ਨਾ ਦੋ ਵਿਕਾਸ ਦੇ ਜਿਹੜੇ ਸੂਚਕ ਹੈ, ਇੱਕ ਉਦਯੋਗੀਕਰਨ ਹੈ, ਇੱਕ ਸ਼ਹਿਰੀਕਰਨ ਹੈ। ਜ਼ਿਆਦਾ ਤੋਂ ਜ਼ਿਆਦਾ ਸ਼ਹਿਰ ਜਿਹੜੇ ਆ ਉਹ ਵੱਡੇ ਹੁੰਦੇ ਜਾ ਰਹੇ ਹੈ ਤੇ ਉਹਨਾਂ ਦੀਆਂ ਬਾਉਂਡਰੀਜ਼ ਜਿਹੜੀਆਂ ਉਹ ਵੱਡੀਆਂ ਹੁੰਦੀਆਂ ਜਾ ਰਹੀਆਂ, ਕਿਉਂਕਿ ਲੋਕ ਜਿਹੜੇ ਆ ਉਹ ਰੁਜ਼ਗਾਰ ਦੇ ਲਈ ਸ਼ਹਿਰਾਂ ਦੇ ਵੱਲ ਦੌੜਦੇ ਆ ਜਾਂਦੇ ਆ, ਔਰ ਡਿਮਾਂਡ ਜਿਹੜੀ ਹੈ ਸਾਡੀ ਚੀਜ਼ਾਂ ਦੀ ਜੀਵਨ ਸਤਰ ਨੂੰ ਉੱਚਾ ਕਰਨ ਦੇ ਲਈ ਵੱਧਦੀਆਂ ਜਾ ਰਹੀਆਂ, ਔਰ ਉਹਦੇ ਲਈ ਉਦਯੋਗੀਕਰਨ ਜਿਹੜਾ ਉਹ ਵੱਧਦਾ ਜਾ ਰਿਹਾ। ਸੋ ਉਦਯੋਗਿਕ ਕ੍ਰਾਂਤੀ ਅਤੇ ਆਧੁਨਿਕ ਵਿਗਿਆਨ ਦੇ ਵਿਕਾਸ ਦੇ ਨਾਲ ਸਾਰੇ ਪਰੰਪਰਾਗਤ ਰਿਵਾਜ ਅਤੇ ਧਾਰਮਿਕ ਵਿਸ਼ਵਾਸ ਪਿੱਛੇ ਰਹਿ ਗਏ ਹਨ। ਇਹ ਸਾਡਾ ਆਧੁਨਿਕ ਵਿਗਿਆਨ ਤੇ ਉਦਯੋਗਿਕ ਕ੍ਰਾਂਤੀ ਦੇ ਕਾਰਨ ਹੋਇਆ ਇੱਦਾਂ ਕਿ ਸਾਡੇ ਜਿਹੜੇ ਧਾਰਮਿਕ ਵਿਸ਼ਵਾਸ ਸੀਗੇ ਕਿ ਅਸੀਂ ਵਾਤਾਵਰਨ ਨੂੰ, ਧਾਰਮਿਕ ਵਿਸ਼ਵਾਸ ਕੀ ਸੀਗਾ ਕਿ ਵਾਤਾਵਰਨ ਨੂੰ ਅਸੀਂ ਆਪਣਾ ਜ਼ਿੰਦਗੀ ਦਾ ਹਿੱਸਾ ਮੰਨਦੇ ਸੀਗੇ ਕਿ ਉਹਨੂੰ ਬਚਾ ਕੇ ਰੱਖਣਾ, ਉਹਨੂੰ ਸੁਰੱਖਿਅਤ ਕਰਕੇ ਰੱਖਣਾ, ਉਹ ਅਸੀਂ ਆਪਣੇ ਜਿਹੜਾ ਭੁੱਲ ਚੁੱਕੇ ਹਾਂ। ਵਿਕਾਸ ਦਾ ਮਨੋਰਥ ਕੇਵਲ ਵਸਤਾਂ ਦੇ ਉਤਪਾਦਨ ਤੱਕ ਸੀਮਤ ਹੋ ਗਿਆ ਹੈ। ਮਨੁੱਖ ਦਾ ਵਿਕਾਸ ਨਹੀਂ ਹੋ ਰਿਹਾ, ਵਸਤਾਂ ਚਾਹੀਦੀਆਂ ਬਸ ਉਹਨੂੰ। ਤਕਨੀਕ ਅਤੇ ਪਰਿਸਥਿਤੀ ਦੇ ਰਸਤੇ ਅਲੱਗ ਹੋ ਗਏ ਹਨ। ਇਸ ਨੇ ਧਰਤੀ ਦੇ ਉੱਪਰ ਮਨੁੱਖੀ ਹੋਂਦ ਨੂੰ ਖਤਰੇ ਪੈਦਾ ਕਰ ਦਿੱਤੇ ਹਨ। ਮਨੁੱਖਾਂ ਦੁਆਰਾ ਕੁਦਰਤ ਨੂੰ ਅਣਦੇਖਿਆ ਕਰਨ ਦੇ ਅਪਰਾਧ ਦੇ ਨਤੀਜੇ ਵਜੋਂ ਪੈਦਾ ਹੋਇਆ ਖਤਰਾ ਅੱਜ ਸਪਸ਼ਟ ਨਜ਼ਰ ਆ ਰਿਹਾ ਹੈ। ਤਕਰੀਬਨ 50% ਤੋਂ ਵੱਧ ਭੂਮੀ ਦਾ ਜਿਹੜਾ ਉਹ ਖੋਰਨ ਹੋ ਚੁੱਕਿਆ ਹੈ, ਜਿਸ ਦੇ ਕਾਰਨ ਖੋਰਨ ਸਮਝਦੇ ਨਾ, ਸੋ ਉੱਪਰਲੀ ਜਿਹੜੀ ਉਪਜਾਊ ਧਰਤੀ ਹੈ ਉਹ ਖੁਰ ਜਾਂਦੀ ਹੈ, ਪਾਣੀ ਦੇ ਨਾਲ ਬਹਿ ਜਾਂਦੀ ਹੈ, ਹੜ੍ਹਾਂ ਦੇ ਵਿੱਚ ਬਹਿ ਜਾਂਦੀ ਹੈ, ਜਿਸ ਦੇ ਕਾਰਨ ਇਸ ਦਾ ਉਪਜਾਊਪਣਾ ਨਸ਼ਟ ਹੋ ਗਿਆ ਹੈ। ਸੰਸਾਰ ਭਰ ਦੀ ਜੈਵਿਕ ਵਿਭਿੰਨਤਾ ਅਤੇ ਪਰਿਸਥਿਤਿਕ ਪ੍ਰਬੰਧ ਜਿਹੜੇ ਉਹਨਾਂ ਨੂੰ ਨੁਕਸਾਨ ਪਹੁੰਚਿਆ ਹੈ। ਜੈਵਿਕ ਵਿਭਿੰਨਤਾ ਕੀ ਹੁੰਦੀ ਹੈ, ਤੁਸੀਂ ਪਹਿਲੇ ਚੈਪਟਰ 'ਚ ਪੜ੍ਹਿਆ ਕਿ ਵੀ ਸਾਡੀਆਂ ਜਿਹੜੀਆਂ ਸਪੀਸ਼ੀਜ਼ ਹੈ, ਜਾਤੀਆਂ ਪ੍ਰਜਾਤੀਆਂ ਹੈ, ਉਹ ਸਾਡੀਆਂ ਅਸੀਂ ਤਾਂ ਹੀ ਜਿੰਦਾ ਹੈ, ਮਨੁੱਖ ਤਾਂ ਹੀ ਜਿੰਦਾ ਹੈ ਜੇ ਇਹ ਜੈਵਿਕ ਵਿਭਿੰਨਤਾ ਰਹੇਗੀ। ਔਰ ਜ਼ਿਆਦਾਤਰ ਜਿਹੜੇ ਸਾਡੇ ਜੀਵ ਹੈ ਉਹ ਜੰਗਲਾਂ ਦੇ ਵਿੱਚ ਪਾਏ ਜਾਂਦੇ ਹੈ। ਜੰਗਲਾਂ ਨੂੰ ਅਸੀਂ ਕੱਟ ਰਹੇ ਹਾਂ ਵਿਕਾਸ ਦੇ ਨਾਮ ਦੇ ਉੱਤੇ, ਤਾਂ ਫਿਰ ਉਹ ਜੀਵ ਜਿਹੜੇ ਆ ਉਹ ਮਰ ਜਾਂਦੇ। ਜੈਵਿਕ ਵਿਭਿੰਨਤਾ ਜਿਹੜੀ ਆ ਉਹ ਉਹਦੇ 'ਤੇ ਅਸਰ ਪੈਂਦਾ ਹੈ। ਸੋ ਇਹਨਾਂ ਚੀਜ਼ਾਂ ਦਾ ਤਾਂ ਇਸ ਕਰਕੇ ਫਿਰ ਇਨਸਾਨ ਦੀ ਆਪਣੀ ਹੋਂਦ ਦੀ ਜਿਹੜੀ ਆ ਉਹ ਖਤਰੇ 'ਚ ਪੈ ਜਾਂਦੀ ਹੈ। ਹੁਣ ਆ ਜਾਓ ਕਿ ਨਵਿਆਉਣਯੋਗ ਤੇ ਨਾ ਨਵਿਆਉਣਯੋਗ ਜਿਹੜੇ ਸਰੋਤ ਹੈ ਸਾਡੇ, ਠੀਕ ਹੈ, ਸੋ ਊਰਜਾ ਦੇ ਜਿਹੜੇ ਸਰੋਤ ਹੈ
ਠੀਕ ਹੈ। ਸੋ ਉਹ ਵੀ ਨਸ਼ਟ ਹੋ ਰਹੇ ਹੈ। ਨਿਵਿਆਉਣ ਯੋਗ ਕਿਹੜੇ ਹੁੰਦੇ ਆ? ਜਿਨ੍ਹਾਂ ਨੂੰ ਅਸੀਂ ਦੁਬਾਰਾ ਪੈਦਾ ਕਰ ਸਕਦੇ ਹਾਂ। ਔਰ ਜਿਹੜੇ ਦੁਬਾਰਾ ਨਹੀਂ ਪੈਦਾ ਹੋ ਸਕਦੇ ਕੁਦਰਤੀ ਤੌਰ ਦੇ ਉੱਤੇ, ਉਹਨਾਂ ਨੂੰ ਅਸੀਂ ਨਾ ਨਿਵਿਆਉਣ ਯੋਗ ਸਰੋਤ ਬੋਲਦੇ ਹਾਂ। ਨਾ ਨਿਵਿਆਉਣ ਯੋਗ ਸਰੋਤ ਕਿਹੜੇ ਹੈ? ਜਿਵੇਂ ਕੋਲੇ ਦੇ ਭੰਡਾਰ ਹੈ, ਸਾਡੇ ਪੈਟਰੋਲ ਹੈ, ਠੀਕ ਹੈ। ਸੋ ਔਰ ਸਾਡਾ ਮਿੱਟੀ ਦਾ ਤੇਲ ਹੈ, ਇਹ ਸਾਰੇ ਜਿਹੜੇ ਆ ਸਾਡੇ ਨਾ ਨਿਵਿਆਉਣ ਯੋਗ ਸਰੋਤ ਹੈ। ਔਰ ਜਿਹੜੇ ਨਿਵਿਆਉਣ ਯੋਗ ਹੈ ਉਹ ਹੋ ਗਈ ਲੱਕੜੀ, ਹਵਾ, ਪਾਣੀ, ਠੀਕ ਹੈ। ਸੋ ਇਹ ਹੈ। ਤਾਂ ਜਿਹੜੇ ਮੇਨ ਹੈ ਨਾ ਨਿਵਿਆਉਣ ਯੋਗ ਜਿਹੜੇ ਸਰੋਤ ਹੈ, ਉਹ ਸਾਡੇ ਭਵਿੱਖ ਦੇ ਵਿੱਚ ਬੱਚੇ ਜਿਹੜੇ ਅਗਲੇ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਦੇ ਲਈ ਬਚਣਗੇ ਕਿ ਨਹੀਂ ਬਚਣਗੇ। ਸੋ ਇਹ ਜਿਹੜਾ ਸੋਚਣ ਦਾ ਵਿਸ਼ਾ ਹੈ। ਮਨੁੱਖ ਦੀਆਂ ਅਤੀ ਅਧਿਕ ਉਦਯੋਗਿਕ ਕਾਰਵਾਈਆਂ ਦੇ ਕਾਰਨ ਅਤੇ ਵੱਧ ਰਹੀ ਜਨਸੰਖਿਆ ਦੇ ਦਬਾਅ ਦੇ ਕਾਰਨ ਸਾਡਾ ਵਾਯੂਮੰਡਲ, ਪਾਣੀ, ਭੂਮੀ, ਭੋਜਨ ਪ੍ਰਦੂਸ਼ਿਤ ਹੋਏ ਹਨ। ਇਹ ਸਭ ਅਤੇ ਮਨੁੱਖ ਦੇ ਨਿਵਾਸ ਸਥਾਨਾਂ ਦਾ ਨਸ਼ਟ ਹੋਣਾ ਆਦਿ ਅਧਿਕ ਤਕਲੀਫਾਂ ਤੇ ਆਫਤਾਂ ਦਾ ਕਾਰਨ ਬਣਿਆ ਹੈ। ਜਿਹੜੇ ਸਾਡੇ ਜੀਵ ਜੰਤੂ ਉਹਨਾਂ ਦਾ ਜਿਹੜੇ ਘਰ-ਬਾਰ ਆ ਉਹ ਨਸ਼ਟ ਕਰ ਦਿੱਤੇ ਸੀ, ਤਾਂ ਉਹਦੇ ਕਰਕੇ ਜਿਹੜੀਆਂ ਕੁਦਰਤੀ ਆਫਤਾਵਾਂ ਆ ਰਹੀਆਂ। ਹੁਣ ਆ ਜਾਓ ਆਪਾਂ ਡੈਮਾਂ ਦੀ ਉਸਾਰੀ ਦੇ ਉੱਤੇ ਗੱਲ ਕਰਦੇ ਹਾਂ। ਇਹ ਵੀ ਇੱਕ ਵਿਕਾਸ ਹੈ, ਠੀਕ ਹੈ। ਸੋ ਡੈਮ ਬਣਾਉਂਦੇ ਹਾਂ ਅਸੀਂ, ਕਿਉਂ ਬਣਾਉਂਦੇ ਹਾਂ ਅਸੀਂ ਡੈਮ? ਜਿਹੜੇ ਆ ਅਸੀਂ ਸਿੰਚਾਈ ਦੇ ਸਾਧਨ ਪੈਦਾ ਕਰਨੇ ਹੁੰਦੇ ਆ ਆਪਣੀ ਐਗਰੀਕਲਚਰ ਦੇ ਲਈ, ਅਸੀਂ ਬਿਜਲੀ ਉਤਪਾਦਨ ਕਰਨੀ ਹੈ, ਪਾਣੀ ਦੀ ਜਿਹੜੀ ਦੇ ਥਰੂ ਆਵਾਜਾਈ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਟਰਾਂਸਪੋਰਟ ਹੁੰਦੀਆਂ, ਵਾਟਰ ਪਾਰਕ ਬਣਾਉਣੇ ਹੈ, ਪੀਣ ਵਾਲੇ ਪਾਣੀ ਦੀ ਸਪਲਾਈ ਜਿਹੜੀ ਆ ਉਹ ਸ਼ਹਿਰਾਂ ਨੂੰ ਕਰਨੀ ਹੈ, ਪਿੰਡਾਂ ਨੂੰ ਕਰਨੀ ਹੈ। ਅਤੇ ਇਹਦੇ ਲਈ ਆਪਾਂ ਜਿਹੜੀਆਂ ਸਾਡੀਆਂ ਨਦੀਆਂ ਉਹਨਾਂ ਦੇ ਉੱਤੇ ਅਸੀਂ ਡੈਮ ਬਣਾਉਂਦੇ ਹਾਂ। ਤੁਸੀਂ ਦੇਖਿਆ ਹੈ ਕਿ ਆਪਣੇ ਪੰਜਾਬ ਦੇ ਵਿੱਚ ਵੀ ਤਾਂ ਸੋ ਨੰਗਲ ਡੈਮ ਬਹੁਤ ਮਸ਼ਹੂਰ ਹੈ, ਪੌਂਗ ਡੈਮ ਹੈ ਬਿਆਸ ਨਦੀ ਦੇ ਉੱਤੇ ਬਣਿਆ ਹੋਇਆ, ਬਹੁਤ ਮਸ਼ਹੂਰ ਹੈ, ਠੀਕ ਹੈ। ਡੈਮਾਂ ਦੀ ਉਸਾਰੀ ਦੇ ਕਾਰਨ ਕੀ ਹੁੰਦਾ ਹੈ ਕਿ ਜਿਹੜੇ ਜੰਗਲ ਹੈ ਉੱਥੇ ਹੇਠਲੀ ਜਿਹੜੇ ਲੋ ਲਾਇੰਗ ਏਰੀਆਜ਼ ਹੁੰਦੇ ਆ, ਉਹਦਾ ਬਹੁਤ ਵੱਡਾ ਜਿਹੜਾ ਖੇਤਰ ਹੈ, ਜੰਗਲੀ ਖੇਤਰ ਹੈ, ਉਹ ਨਸ਼ਟ ਹੋ ਜਾਂਦਾ ਜਦੋਂ ਡੈਮ ਬਣਦੇ ਆ, ਠੀਕ ਹੈ। ਸੋ ਕਿਉਂਕਿ ਜੰਗਲਾਂ ਨੂੰ ਕੱਟ ਕੇ ਹੀ ਜਿਹੜੇ ਨਦੀਆਂ ਦੇ ਆਸ-ਪਾਸ ਜੰਗਲ ਜਿਹੜੇ ਉਹਨਾਂ ਨੂੰ ਕੱਟ ਕੇ ਹੀ ਡੈਮ ਬਣਾਏ ਜਾਂਦੇ ਆ, ਤਾਂ ਉੱਥੇ ਨੈਚੁਰਲੀ ਫਿਰ ਜੈਵਿਕ ਵਿਭਿੰਨਤਾ ਜਿਹੜੀ ਉਹ ਖਤਮ ਹੋ ਜਾਂਦੀ ਹੈ, ਬਰਬਾਦ ਹੋ ਜਾਂਦੀ ਹੈ। ਔਰ ਬਹੁਤ ਸਾਰੇ ਜਿਹੜੇ ਮਨੁੱਖ ਵੀ ਔਰ ਜੰਤੂ ਵੀ ਬੇਘਰ ਹੋ ਜਾਂਦੇ ਆ। ਔਰ ਇਸ ਕਰਕੇ ਸੋ ਸਾਡੇ ਜਿਹੜੇ ਭੂਚਾਲ ਆਉਣ ਦਾ ਜਿਹੜਾ ਕਾਰਨ ਹੈ, ਸੋ ਉਹ ਬਣ ਜਾਂਦਾ। ਫਿਰ ਭੂਚਾਲ ਇਸੇ ਕਰਕੇ ਆਉਂਦੇ ਆ ਫਿਰ। ਸੋ ਇੱਕ ਅਨੁਮਾਨ ਦੇ ਮੁਤਾਬਕ ਹਰੇਕ ਸਾਲ 160 ਤੋਂ 230 ਡੈਮ ਉਸਾਰੇ ਜਾਂਦੇ ਹਨ ਪੂਰੇ ਉਹਦੇ 'ਚ ਵਰਲਡ ਦੇ ਵਿੱਚ। ਅਸੀਂ ਸਭ ਜਾਣਦੇ ਹਾਂ ਕਿ ਆਧੁਨਿਕ ਖੇਤੀ ਪ੍ਰਕਿਰਿਆਵਾਂ, ਉਦਯੋਗੀਕਰਨ, ਸ਼ਹਿਰੀਕਰਨ, ਜਨਸੰਖਿਆ ਦੇ ਵਿੱਚ ਵਾਧਾ ਅਤੇ ਸਾਡੇ ਰਹਿਣ ਸਹਿਣ ਦੇ ਢੰਗ ਮੁੱਖ ਸਮੱਸਿਆਵਾਂ ਦਾ ਨਤੀਜਾ ਹਨ। ਇਹਨਾਂ ਵਿੱਚੋਂ ਬਹੁਤ ਸਾਰੀਆਂ ਵਿਕਾਸ ਦੇ ਪੱਖ ਤੋਂ ਵੀ ਜ਼ਰੂਰੀ ਹਨ। ਮਤਲਬ ਆਪਾਂ ਇੱਦਾਂ ਨਹੀਂ ਕਹਿ ਸਕਦੇ ਕਿ ਵੀ ਇਹ ਚੀਜ਼ਾਂ ਜਿਹੜੀਆਂ ਜ਼ਰੂਰੀ ਨਹੀਂ ਹੈ। ਖੇਤੀ ਦੀਆਂ ਅੱਛੀਆਂ ਜਿਹੜੀਆਂ ਨਵੀਆਂ ਪ੍ਰਕਿਰਿਆਵਾਂ, ਉਹ ਉਦਯੋਗੀਕਰਨ, ਸ਼ਹਿਰੀਕਰਨ, ਇਹ ਸਭ ਜਿਹੜੀਆਂ ਸੋ ਜ਼ਰੂਰੀ ਹੈ, ਠੀਕ ਹੈ। ਜਨਸੰਖਿਆ ਦੇ ਵਿੱਚ ਵਾਧਾ ਨਹੀਂ ਜ਼ਰੂਰੀ ਹੈ, ਬਾਕੀ ਜਿਹੜੀਆਂ ਕਈ ਪ੍ਰਕਿਰਿਆਵਾਂ ਜਿਹੜੀਆਂ ਉਹ ਸਾਨੂੰ ਚਾਹੀਦੀਆਂ ਵਿਕਾਸ ਦੇ ਲਈ ਜ਼ਰੂਰੀ ਹਨ। ਸਾਡਾ ਜਿਹੜਾ ਰਹਿਣ ਸਹਿਣ ਦਾ ਜੀਵਨ ਪੱਧਰ ਹੈ, ਉਹਦਾ ਗੁਣਵੱਤਾ ਜਿਹੜੀ ਉਹ ਵੱਧਦੀ ਹੈ, ਸੁਧਾਰ ਹੁੰਦਾ ਉਹਦੇ ਵਿੱਚ, ਠੀਕ ਹੈ। ਪਰ ਇਹ ਹੈ ਕਿ ਸਮੱਸਿਆਵਾਂ ਵੀ ਆ ਰਹੀਆਂ ਬਹੁਤ ਸਾਰੀਆਂ, ਠੀਕ ਹੈ। ਸੋ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਡੈਮ ਨਾ ਬਣਾਈਏ ਕਿਉਂਕਿ ਸਮੱਸਿਆਵਾਂ ਆ ਰਹੀਆਂ, ਪਰ ਇਹ ਹੈ ਕਿ ਅਸੀਂ ਆਪਣੇ ਵਾਤਾਵਰਨ ਨੂੰ ਡੈਮ ਵੀ ਬਣਾਈਏ ਅਤੇ ਵਾਤਾਵਰਨ ਨੂੰ ਵੀ ਪ੍ਰੋਟੈਕਟ ਕਰੀਏ। ਵਿਕਾਸ ਦੇ ਨਾਲ ਨਾਲ ਵਾਤਾਵਰਨ ਨੂੰ ਵੀ ਸੁਰੱਖਿਆ ਕਰਨਾ ਸਾਡਾ ਹੀ ਫਰਜ਼ ਹੈ। ਹੁਣ ਆਪਾਂ ਆਉਂਦੇ ਹਾਂ ਵਾਤਾਵਰਨ ਦੇ ਪ੍ਰਬੰਧਨ ਤੋਂ ਭਾਵ, ਇਸਦਾ ਮਤਲਬ ਕਿ ਦਿਖਾਈ ਦੇ ਰਿਹਾ ਕੇਵਲ ਵਾਤਾਵਰਨ ਦਾ ਉਸੇ ਰੂਪ ਦੇ ਵਿੱਚ ਹੀ ਪ੍ਰਬੰਧਨ ਨਹੀਂ ਹੈ ਕਿ ਜੋ ਸੀਗਾ ਪਹਿਲਾਂ ਜੰਗਲ ਹੀ ਜੰਗਲ ਸੀਗੇ ਜਿੱਦਾਂ ਪਹਿਲਾਂ, ਸੋ ਉੱਦਾਂ ਨਹੀਂ ਹੈ ਕਿ ਪਰ ਕੀ ਹੈ ਕਿ ਮਨੁੱਖਤਾ ਦੀ ਵਾਤਾਵਰਨ ਦੇ ਨਾਲ ਅੰਤਰਕਿਰਿਆ ਅਤੇ ਪ੍ਰਭਾਵ ਹੈ ਕਿ ਆਪਸੀ ਤਾਲਮੇਲ। ਕਹਿਣ ਦਾ ਮਤਲਬ ਕਿ ਅਸੀਂ ਜੇ ਜੰਗਲ ਨੂੰ ਕੱਟ ਰਹੇ ਹਾਂ, ਮੰਨ ਲਓ ਕੁਝ ਪੇੜਾਂ ਨੂੰ ਕੱਟ ਰਹੇ ਹਾਂ, ਤਾਂ ਅਸੀਂ ਪੇੜਾਂ ਨੂੰ ਲਗਾ ਵੀ ਦਈਏ ਕਿਤੇ ਨਾ ਕਿਤੇ, ਠੀਕ ਹੈ। ਸੋ ਇੱਕ ਤਾਲਮੇਲ ਜਿਹੜਾ ਉਹ ਬਣਿਆ ਰਵੇ, ਠੀਕ ਹੈ। ਸੋ ਜੰਗਲ ਜਿਹੜੇ ਅਸੀਂ ਕੱਟ ਰਹੇ ਹਾਂ ਤਾਂ ਕੁਝ ਪੇੜ ਜਿਹੜੇ ਹੋਰ ਲਗਾ ਦਿੱਤੇ ਜਾਣ। ਤਾਂ ਇਹ ਹੈ ਕਿ ਵਾਤਾਵਰਨ ਦਾ ਪ੍ਰਬੰਧਨ ਦਾ ਇਹ ਭਾਵ ਨਿਕਲਿਆ। ਵਾਤਾਵਰਨ ਦੇ ਪ੍ਰਬੰਧਨ ਦੀ ਲੋੜ ਬਹੁਤ ਸਾਰੇ ਦ੍ਰਿਸ਼ਟੀਕੋਣਾਂ ਤੋਂ ਵੇਖੀ ਜਾ ਰਹੀ ਹੈ। ਇੱਕ ਆਮ ਸਧਾਰਨ ਦਰਸ਼ਨ, ਫਿਲਾਸਫੀ ਮਤਲਬ, ਜੋ ਕਿ ਵਾਤਾਵਰਣੀ ਪ੍ਰਬੰਧਨ ਦੇ ਪਿੱਛੇ ਕੰਮ ਕਰਦੀ ਹੈ, ਉਹ ਹੈ ਸਹਿਣਯੋਗ ਸਮਰੱਥਾ ਦਾ ਸਿਧਾਂਤ। ਕਿ ਕਿਸੇ ਵੀ ਚੀਜ਼ ਦੀ ਇੱਕ ਸਹਿਣਯੋਗ ਸਮਰੱਥਾ ਹੁੰਦੀ ਹੈ। ਜਿੱਦਾਂ ਅਸੀਂ ਕਹਿੰਦੇ ਸਾਡੀ ਧਰਤੀ ਦੀ ਕੈਰਿੰਗ ਕੈਪੈਸਿਟੀ ਹੈ ਇੱਕ, ਕਿ ਇੰਨੀ ਆਬਾਦੀ ਨੂੰ ਉਹ ਸਪੋਰਟ ਕਰ ਸਕਦੀ ਹੈ, ਠੀਕ ਹੈ। ਕਿ ਉਹਦੇ ਲਈ ਇੰਨੇ ਕੁ ਲੋਕਾਂ ਦੇ ਲਈ ਖਾਣ ਪੀਣ ਦਾ ਸਾਰਾ ਜਿਹੜੀ ਚੀਜ਼ਾਂ ਦਾ ਜਿਹੜਾ ਇੰਤਜ਼ਾਮ ਹੈਗਾ। ਪਰ ਜੇਕਰ ਆਬਾਦੀ ਵੱਧਦੀ ਹੈ ਤਾਂ ਫਿਰ ਉਹਦੇ 'ਤੇ ਪ੍ਰੈਸ਼ਰ ਆ ਜਾਏਗਾ, ਠੀਕ ਹੈ। ਫਿਰ ਉਹ ਜਿਹੜੀ ਹੈ ਉਹ ਨੈਚੁਰਲ ਕਲੈਮਿਟੀਜ਼ ਜਿਹੜੀਆਂ ਆਉਣਗੀਆਂ, ਫਿਰ ਕੁਦਰਤੀ ਆਫਤਾਵਾਂ ਆਉਣਗੀਆਂ। ਸੋ ਸਹਿਣਯੋਗ ਸਮਰੱਥਾ ਜਿਹੜੀ ਹੈ
ਤੋਂ ਭਾਵ ਹੈ ਜੀਵਾਂ ਦੀ ਵੱਧ ਤੋਂ ਵੱਧ ਗਿਣਤੀ ਜੋ ਕਿ ਇੱਕ ਕਿਸੇ ਸਰੋਤ ਦੇ ਵਿੱਚ ਟਿਕਾਊ ਤੌਰ ਤੇ ਸਮਾ ਸਕਦੀ ਹੈ। ਠੀਕ ਹੈ, ਜਿਹਨੂੰ ਮਤਲਬ ਉਹਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਤਾਂ ਹੁਣ ਥੋੜਾ ਜਿਹਾ ਸਹਿਣਯੋਗ ਸਮਰੱਥਾ ਨੂੰ ਹੋਰ ਡਿਟੇਲ 'ਚ ਦਿੱਤਾ ਹੈ। ਆਬਾਦੀ ਨੂੰ ਇਸ ਦੇ ਸਹਾਰਾ ਦੇਣ ਵਾਲੇ ਪ੍ਰਬੰਧਾਂ ਦੇ ਨਾਲ ਲੰਬੇ ਅਰਸੇ ਤੱਕ ਕਾਇਮ ਰੱਖਿਆ ਜਾ ਸਕਦਾ ਹੈ। ਕਿਸੇ ਪ੍ਰਸਥਿਤਿਕ ਪ੍ਰਬੰਧ ਦੀ ਸਹਿਣਯੋਗ ਸਮਰੱਥਾ ਤੋਂ ਭਾਵ ਹੈ ਇਸ ਵਿਚਲੀ ਜਨਸੰਖਿਆ ਦਾ ਆਕਾਰ, ਜਿਸ ਨੂੰ ਲੰਬੇ ਅਰਸੇ ਤੱਕ ਉਸ ਪ੍ਰਬੰਧਨ ਵਿਚਲੀਆਂ ਸੇਵਾਵਾਂ ਅਤੇ ਉਪਲਬਧ ਸਰੋਤਾਂ ਦੇ ਨਾਲ ਕਾਇਮ ਰੱਖਿਆ ਜਾ ਸਕਦਾ ਹੋਵੇ। ਕਿਸੇ ਪ੍ਰਸਥਿਤਿਕ ਪ੍ਰਬੰਧ ਦੀਆਂ ਸੀਮਾਵਾਂ ਦੇ ਅੰਦਰ ਰਹਿਣਾ ਤਿੰਨ ਕਾਰਨਾਂ ਦੇ ਉੱਪਰ ਨਿਰਭਰ ਕਰਦਾ ਹੈ। ਪ੍ਰਸਥਿਤਿਕ ਪ੍ਰਬੰਧਨ ਦੇ ਵਿੱਚ ਉਪਲਬਧ ਸਰੋਤਾਂ ਦੀ ਮਾਤਰਾ, ਕਿ ਮਾਤਰਾ ਕਿੰਨੀ ਹੈ, ਪਾਣੀ, ਹਵਾ, ਜਿੰਨੇ ਵੀ ਸਾਡੇ ਸਰੋਤ ਹੈ। ਜਨਸੰਖਿਆ ਦਾ ਆਕਾਰ ਕੀ ਹੈ, ਹਰੇਕ ਵਿਅਕਤੀ ਦੇ ਦੁਆਰਾ ਵਰਤੇ ਜਾਂਦੇ ਸਰੋਤਾਂ ਦੀ ਮਾਤਰਾ ਕਿੰਨੀ ਹੈ। ਇਹਨਾਂ ਤਿੰਨ ਚੀਜ਼ਾਂ ਦੇ ਉੱਤੇ ਡਿਪੈਂਡ ਕਰੇਗਾ ਕਿ ਤੁਹਾਡੇ ਸਰੋਤਾਂ ਦੀ ਮਾਤਰਾ ਕਿੰਨੀ ਹੈ, ਜਨਸੰਖਿਆ ਦਾ ਆਕਾਰ ਕਿੰਨਾ, ਤੇ ਹਰੇਕ ਵਿਅਕਤੀ ਇਹਨਾਂ ਸਰੋਤਾਂ ਦੀ ਕਿੰਨੀ ਮਾਤਰਾ ਵਰਤੋਂ ਕਰਦਾ ਹੈ। ਤਾਂ ਉਹ ਤੁਹਾਡਾ ਆਏਗਾ ਕਿ ਵੀ ਸਾਡੀ ਜਿਹੜੀ ਨੈਚੁਰਲ ਰਿਸੋਰਸਿਸ ਹੈ ਉਹਨਾਂ ਦੀ ਕਿੰਨੀ ਕੈਰਿੰਗ ਕੈਪੈਸਿਟੀ ਹੈ, ਸਹਿਣਯੋਗ ਸਮਰੱਥਾ ਕਿੰਨੀ ਹੈ। ਸਹਿਣਯੋਗ ਸਮਰੱਥਾ ਦੀ ਇੱਕ ਆਮ ਉਦਾਹਰਣ ਹੈ ਕਿ ਵਿਅਕਤੀਆਂ ਦੀ ਗਿਣਤੀ ਜੋ ਜਹਾਜ਼ ਟੁੱਟਣ ਤੋਂ ਬਾਅਦ ਜੀਵਨ ਰੱਖਿਅਕ ਕਿਸ਼ਤੀ ਦੇ ਵਿੱਚ ਬਚੇ ਹੋਣ। ਤੇ ਹੁੰਦੀਆਂ ਨਾ ਜਦੋਂ ਜਹਾਜ਼ ਟੁੱਟ ਜਾਂਦਾ ਤਾਂ ਇੱਕ ਛੋਟੀ ਛੋਟੀਆਂ ਕਿਸ਼ਤੀਆਂ ਹੁੰਦੀਆਂ ਨਾਲ ਉਹਦੇ, ਵੱਡੇ ਜਹਾਜ਼ ਹੈ, ਤਾਂ ਉਹ ਕੁਝ ਲੋਕ ਜਿਹੜੇ ਆ ਉਹ ਉਹਨਾਂ ਕਿਸ਼ਤੀਆਂ ਦੇ ਵਿੱਚ ਚਲੇ ਜਾਂਦੇ ਆ। ਤਾਂ ਉਹ ਜਿਹੜੇ ਚਲੇ ਜਾਂਦੇ ਉਹ ਬਚ ਜਾਂਦੇ ਆ। ਉਹਨਾਂ ਦਾ ਬਚੇ ਰਹਿਣਾ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਹਨਾਂ ਕੋਲ ਕਿੰਨਾ ਭੋਜਨ ਤੇ ਪਾਣੀ ਹੈ। ਕਿੰਨਾ ਭੋਜਨ ਤੇ ਪਾਣੀ ਇੱਕ ਵਿਅਕਤੀ ਇੱਕ ਦਿਨ ਦੇ ਵਿੱਚ ਲੈਂਦਾ ਹੈ ਅਤੇ ਕਿੰਨੇ ਦਿਨ ਉਸ ਨੇ ਕਿਸ਼ਤੀ ਦੇ ਵਿੱਚ ਰਹਿਣਾ ਹੈ, ਕਿ ਉਹਦੇ ਕੋਲ ਸਮਾਨ ਕਿੰਨਾ ਹੈ ਖਾਣੇ ਪੀਣੇ ਦਾ, ਔਰ ਉਹਨੇ ਕਿੰਨੇ ਦਿਨ ਉਹਨੂੰ ਰਹਿਣਾ ਪਏਗਾ ਉਹਦੇ 'ਚ। ਜੇਕਰ ਇਹ ਕਿਸ਼ਤੀ ਕਿਸੇ ਟਾਪੂ ਤੇ ਪਹੁੰਚਦੀ ਹੈ ਤਾਂ ਉੱਥੇ ਉਸ ਟਾਪੂ ਤੇ ਮੌਜੂਦ ਭੋਜਨ ਤੇ ਪਾਣੀ ਦੇ ਉੱਪਰ ਬਾਕੀ ਬਚੇ ਲੋਕ ਨਿਰਭਰ ਕਰ ਸਕਣਗੇ ਅਤੇ ਕਿੰਨੀ ਸਿਆਣਪ ਦੇ ਨਾਲ ਇਹ ਸਭ ਚੀਜ਼ਾਂ ਨੂੰ ਇਸਤੇਮਾਲ ਕਰਨਗੇ। ਟਾਪੂ ਦੇ ਉੱਤੇ ਵੀ ਤਾਂ ਹੁਣ ਰਿਸੋਰਸਿਸ ਨਹੀਂ ਹੈ, ਠੀਕ ਹੈ, ਉੱਥੇ ਵੀ ਇਹੀ ਭੋਜਨ ਜਿਹੜਾ ਕੰਮ ਆਏਗਾ। ਤਾਂ ਉੱਥੇ ਜਾ ਕੇ ਵੀ ਉਹ ਇਹ ਭੋਜਨ ਜਿਹੜਾ ਉਹਨੂੰ ਕਿੰਨੇ ਉਹਦੇ ਨਾਲ ਵਰਤਦੇ ਆ ਅੱਛੀ ਤਰ੍ਹਾਂ, ਤਾਂ ਉਸ ਚੀਜ਼ ਤੇ ਉਹਨਾਂ ਦਾ ਜੀਵਨ ਜਿਹੜਾ ਉਹ ਨਿਰਭਰ ਕਰੇਗਾ। ਤਾਂ ਕਹਿਣ ਦਾ ਮਤਲਬ ਇਹੀ ਹੈ ਕਿ ਸਹਿਣਯੋਗ ਸਮਰੱਥਾ ਜਿਹੜੀ ਹੈ ਉਹ ਸਾਡੀ ਧਰਤੀ ਦੀ ਇੱਕ ਹੁੰਦੀ ਹੈ। ਹਵਾ, ਪਾਣੀ ਜਿੰਨੇ ਸਾਡੇ ਸਰੋਤ ਹੈ, ਤਾਂ ਜੇ ਅਸੀਂ ਉਹਨਾਂ ਨੂੰ ਚੰਗੇ ਤਰੀਕੇ ਨਾਲ ਨਹੀਂ ਵਰਤਾਂਗੇ, ਉਹਨਾਂ ਨੂੰ ਵਿਅਰਥ ਕਰਾਂਗੇ, ਤਾਂ ਫਿਰ ਉਹ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਤੇ ਸਾਡੇ ਲਈ ਵੀ ਬਚਣਗੇ ਨਹੀਂ। ਆਪਾਂ ਦੇਖ ਹੀ ਰਹੇ ਹਾਂ ਰੋਜ਼ ਤੇ ਸੋ ਕੇ ਸਾਡੇ ਪਾਣੀ ਦੀ ਘਾਟ ਹੋ ਰਹੀ ਹੈ। ਹਰ ਗਰਮੀਆਂ ਦੇ ਵਿੱਚ ਪਾਣੀ ਦੀ ਘਾਟ ਹੋ ਜਾਂਦੀ ਹੈ, ਪੀਣ ਵਾਲੇ ਪਾਣੀ ਦੀ। ਵਾਤਾਵਰਣੀ ਪ੍ਰਬੰਧਨ ਨਾ ਕੇਵਲ ਵਾਤਾਵਰਣ ਦੀ ਸਾਂਭ ਸੰਭਾਲ ਦੇ ਲਈ ਹੈ, ਸਗੋਂ ਮਨੁੱਖਤਾ ਦੀ ਸੰਭਾਲ ਦੇ ਲਈ ਵੀ ਹੈ। ਵਾਤਾਵਰਣੀ ਪ੍ਰਬੰਧਨ ਦੇ ਵਿੱਚ ਜੈਵਿਕ ਭੌਤਿਕ ਵਾਤਾਵਰਣ ਦੇ ਜੈਵਿਕ ਤੇ ਅਜੈਵਿਕ ਦੋਵੇਂ ਅੰਸ਼ਾਂ ਦਾ ਪ੍ਰਬੰਧਨ ਸ਼ਾਮਿਲ ਹੈ। ਮਤਲਬ ਸਾਡਾ ਜਿਹੜਾ ਵਾਤਾਵਰਣ ਹੈ ਉਹ ਤੁਸੀਂ 11th ਕਲਾਸ 'ਚ ਪੜ੍ਹਿਆ, ਉਹਦੇ ਦੋ ਅੰਗ ਹੈ, ਇੱਕ ਜੈਵਿਕ ਤੇ ਇੱਕ ਅਜੈਵਿਕ। ਠੀਕ ਹੈ, ਹਵਾ, ਪਾਣੀ, ਧਰਤੀ ਇਹ ਅਜੈਵਿਕ ਅੰਗ ਹੈ। ਜੈਵਿਕ ਜਿਹੜੇ ਆ ਉਹ 'ਚ ਪੌਦੇ ਆ ਜਾਂਦੇ, ਮਨੁੱਖ, ਸੂਖਮ ਜੀਵ ਆ ਜਾਂਦੇ ਆ। ਤੇ ਇਹਨਾਂ ਦੋਨਾਂ ਦਾ ਹੀ ਪ੍ਰਬੰਧਨ ਕਰਨਾ ਹੋਏਗਾ ਸਾਨੂੰ। ਇਹ ਜੀਵਤ ਜਾਤੀਆਂ ਅਤੇ ਉਹਨਾਂ ਦੇ ਨਿਵਾਸ ਸਥਾਨਾਂ ਦੇ ਆਪਸੀ ਤਾਣੇ ਬਾਣੇ ਦੇ ਬੰਧਨਾਂ ਦੇ ਰਾਹੀਂ ਜੁੜਿਆ ਹੋਇਆ ਹੈ। ਵਾਤਾਵਰਣ ਵਿੱਚ ਮਨੁੱਖੀ ਵਾਤਾਵਰਣ ਜਿਵੇਂ ਕਿ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਵਾਤਾਵਰਣ ਦਾ ਜੈਵ ਭੌਤਿਕ ਵਾਤਾਵਰਣ ਦੇ ਨਾਲ ਬੰਧਨ ਵੀ ਸ਼ਾਮਲ ਹੈ। ਇਸ ਤੋਂ ਬਾਅਦ ਬੱਚੋ ਅਗਲਾ ਜਿਹੜਾ ਆਪਾਂ ਪਾਰਟ ਹੈ ਇਸ ਚੈਪਟਰ ਦਾ ਉਹ ਅਗਲੀ ਵੀਡੀਓ 'ਚ ਪੜ੍ਹਾਂਗੇ। ਇਸ ਵੀਡੀਓ ਨੂੰ ਸਬਸਕ੍ਰਾਈਬ ਕਰਿਓ ਐਂਡ ਸ਼ੇਅਰ ਐਂਡ ਲਾਈਕ ਕਰਿਓ। ਥੈਂਕ ਯੂ ਸੋ ਮਚ। ਵੇਟ ਫॉर द नेक्स्ट वीडियो।